ਮਾਲਵੇ ਦੀ ਬਹੁਤ ਚਰਚਿਤ ਸੀਟ ਉਹ ਸੀਟ ਜਿਨੇ ਪੰਜਾਬ ਨੂੰ ਇੱਕੋ ਜ਼ਿਲ੍ਹੇ ਨੇ ਸਭ ਤੋਂ ਵੱਧ ਮੁੱਖ ਮੰਤਰੀ ਦਿੱਤੇ। ਸਾਬਕਾ ਵਿਧਾਇਕ ਬੀਬੀ ਕਰਨ ਕੌਰ ਬਰਾੜ ਮੌਜੂਦ ਹੈ, ਅਸੀਂ ਗੱਲਬਾਤ ਕਰਾਂਗੇ। ਸਾਦਿਕ ਨੂੰ ਚੱਲ ਜੀਏ, ਜਿੱਥੋਂ ਤੱਕ ਮੁਕਤਸਰ ਹਲਕੇ ਦੀ ਹੱਦ ਆ ਸੜਕ ਟੁੱਟੀ ਆ। ਗੁਰੂ ਸਾਹਿਬ ਨੂੰ ਚੱਲ ਜਾਓ, ਮੁਕਤਸਰ ਦੀ ਹੱਦ ਤੱਕ ਸੜਕ ਟੁੱਟੀ ਆ। ਮਲੋਟ ਦਾ ਤਾਂ ਮੈਨੂੰ ਕਹਿਣ ਤੋਂ ਬਿਨਾਂ ਹੀ ਸਾਰੇ ਹੀ ਦੱਸਦੇ ਹਨ। ਤਾਂ ਇੱਕ ਕੋਟਕਪੁਰਾ ਰੋਡ ਬਚਿਆ, ਉਧਰ ਨੂੰ ਜਾਈਏ ਸੁੱਖ ਨਾਲ ਸੜਕ ਚੱਲਦੀ ਆ, ਪਰ ਉੱਥੇ ਟੋਲ ਪਲਾਜ਼ਾ ਲੱਗਿਆ ਹੋਇਆ। ਤਾਂ ਮੁਕਤਸਰ ਦੀਆਂ ਕੋਟ ਵਾਲੀ ਸੜਕ ਸਾਰੀਆਂ ਸੜਕਾਂ ਦਾ ਬੁਰੇ ਹਾਲ ਹੀ ਰਹਿੰਦੇ ਆ। ਦੂਜੇ ਪਾਸੇ ਗੁਰੂ ਹਰਸਹਾਏ ਸਾਦਕ ਉੱਥੇ ਵੀ ਐਮਐਲਏ ਸੀਗੇ ਆਪਣੇ ਕਾਂਗਰਸ ਦੇ, ਉਹਨਾਂ ਨੂੰ ਬਣਾਉਣੀ ਚਾਹੀਦੀ ਸੀਗੀ। ਤੁਹਾਡੇ ਹੀ ਸੀ ਨਾ ਸਾਰੇ ਪਾਸੇ, ਤੁਹਾਡੇ ਨੇ ਬਣਾਈ ਨਹੀਂ। ਸਰਕਾਰ ਵੀ ਤੁਹਾਡੀ, ਮੁਕਤਸਰ 'ਚ ਤਾਂ ਤੁਸੀਂ ਨਹੀਂ ਸੀਗੇ, ਸਰਕਾਰ ਤੁਹਾਡੀ ਸੀ। ਮੈਂ ਤਾਂ ਨਹੀਂ ਮੰਨਦੀ ਇਹ ਗੱਲ। ਕਹਿੰਦੇ ਵੀ ਜਿਹੜਾ ਟੋਲ ਪਲਾਜ਼ਾ ਨਾ ਸਰਾਵਾਂ ਵਾਲਾ, ਉਹ 'ਚ ਬਰਾੜ ਪਰਿਵਾਰ ਦਾ ਹਿੱਸਾ ਹੈ। ਲੱਗਦਾ ਵੀ ਉਹ ਜਾਇਜ਼ ਲੱਗਿਆ ਹੋਇਆ ਜਾਂ ਨਹੀਂ, ਕਿਉਂਕਿ ਅਜੇ ਤੱਕ ਤਾਂ ਪੁਲ ਵੀ ਨਹੀਂ ਬਣਿਆ। ਬਹੁਤ ਸਾਰੀਆਂ ਥਾਵਾਂ ਤੋਂ ਸੜਕ ਕਹਿੰਦੀ ਹਾਂ ਜੀ, ਮੈਂ ਆਪ ਕਹਿੰਦੀ ਹਾਂ ਕਿ ਉੱਥੇ ਟੋਲ ਨਹੀਂ ਲੱਗਣਾ ਚਾਹੀਦਾ। ਤੁਸੀਂ ਵੀ ਕਹਿੰਦੇ ਹੋ, ਤੁਸੀਂ ਵੀ ਸਹਿਮਤ ਹੋ, ਲੋਕ ਵੀ ਸਹਿਮਤ ਆ, ਸਰਕਾਰ ਵੀ ਤੁਹਾਡੀ ਸੀ। ਫਿਰ ਲਾਇਆ ਕਿੰਨੇ ਆ? ਕੋਈ ਉੱਤੋਂ ਆ ਕੇ ਲਾ ਗਿਆ? ਕੋਈ ਬਾਦਲ ਨੇ ਲਾਇਆ ਜੀ ਉੱਥੇ। ਤੁਹਾਡੀ ਸਰਕਾਰ 'ਚ ਵੀ ਚੱਲਦਾ ਰਿਹਾ। ਇਟ ਮੀਨਸ ਜਿਹੜੇ ਸੁਖਬੀਰ ਨੇ ਕੰਮ ਕੀਤੇ ਸੀ ਤੁਸੀਂ ਵੀ ਸਹਿਮਤ ਸੀ ਉਹਨਾਂ ਨਾਲ, ਤੁਹਾਡੀ ਸਰਕਾਰ ਵੀ ਸਹਿਮਤ। ਭਗਵੰਤ ਮਾਨ ਬਾਰੇ ਤੁਹਾਡਾ ਕੀ ਹੈ? ਤੁਹਾਨੂੰ ਸੁਣਿਆ, ਤੁਸੀਂ ਬੜਾ ਤਿੱਖੀ ਸ਼ਬਦਾਵਲੀ ਵਰਤ ਰਹੇ ਹੋ। ਜਿਹੜਾ ਬੰਦਾ ਐਲਕੋਹਲਿਕ ਹੋਵੇ ਉਹਨੂੰ ਬਿਲਕੁਲ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ। ਇਹਦੇ ਉੱਤੇ ਮੈਨੂੰ ਫਿਕਰ ਹੈ, ਹੋਰ ਕੋਈ ਗੱਲ ਨਹੀਂ। ਜਿਹਦੇ ਕੈਪਟਨ ਸਾਹਿਬ ਵੀ ਸੀ, ਡਰੰਕ ਨਹੀਂ ਹੁੰਦੇ ਜੀ, ਸ਼ਰਾਬੀ ਹੋਣਾ ਤੇ ਪੀਣੇ ਦੇ ਵਿੱਚ ਫਰਕ ਤੋਂ ਵੱਧ ਪੀਂਦਾ ਬਣਾਵਾਂਗੇ। ਇਹਦੀ ਵੋਟੀ ਛੱਡ ਗਈ ਕੀ? ਕਿਉਂਕਿ ਪੀਂਦਾ ਹੈ, ਛੱਡ ਗਈ। ਉਹ ਇਹੀ ਦੁਨੀਆ ਕਹਿੰਦੀ ਹੈ ਕਿ ਉਹਨੇ ਕਿਹਾ ਸੀ ਮੈਂ ਸੌਂ ਖਾਂਦਾ, ਮੈਂ ਛੱਡੂੰਗਾ, ਪਰ ਨਹੀਂ ਛੱਡੀ। ਕਾਂਗਰਸ 'ਚ ਧੜੇਬਾਜ਼ੀ ਬਹੁਤ ਆ। ਵੈਸੇ ਤਾਂ ਤੁਹਾਨੂੰ ਪਤਾ ਹੁਣ ਤਾਂ ਤੱਕ ਹੀ ਸੁੱਖ ਨਾਲ ਪੌਣੇ 5 ਸਾਲ ਬਾਅਦ ਕੈਪਟਨ ਸਾਹਿਬ ਦੀ ਕੁਰਸੀ ਖਿੱਚ ਲਈ। ਤੇ ਇਸ ਹਲਕੇ 'ਚ ਵੀ ਹੈ ਜਿਹੜੇ ਤੁਹਾਡੇ ਨਾਲੋਂ ਨਾਰਾਜ਼ ਜਾਪ ਰਹੇ ਆ ਜਾਂ ਕੁਛ, ਤੇ ਹੁਣ ਛੱਡ ਕੇ ਹੀ ਅਕਾਲੀ ਦਲ ਬਾਦਲ 'ਚ ਚੱਲ ਗਿਆ। ਕਦੀ ਵੀ ਸਾਨੂੰ ਵੋਟ ਨਹੀਂ ਪਾਉਂਦੇ ਸੀ, ਉਦਾਂ ਹੀ ਰੱਖਿਆ ਸੀ ਨਾਲ ਇਹਨਾਂ ਨੂੰ। ਤਾਂ ਘਰ ਵਾਪਸੀ ਗਏ, ਮੈਂ ਸ਼ੁਕਰ ਕੀਤਾ। ਮੈਂ ਤਾਂ ਕਿਹਾ ਸੀ ਲੱਡੂ ਵੰਡੋ, ਕੇ ਗਏ। ਜੇ ਤੁਹਾਨੂੰ ਟਿਕਟ ਨਾ ਮਿਲਦੀ, ਹਨੀ ਨੂੰ ਟਿਕਟ ਮਿਲ ਜਾਂਦੀ, ਮੰਨ ਲਓ ਫਿਰ। ਹਨੀ ਫੱਤਣਵਾਲਾ ਪਹਿਲੇ ਸੀਗਾ ਅਕਾਲੀ, ਫਿਰ ਇਹ ਗਿਆ ਪੀਪੀਪੀ ਦੇ ਵਿੱਚ, ਫਿਰ ਆਇਆ ਕਾਂਗਰਸ ਦੇ ਵਿੱਚ, ਤੇ ਹੁਣ ਵਾਪਸ ਅਕਾਲੀ 'ਚ। ਇਹ ਤਾਂ ਟੂਰਿਸਟ ਹੈ ਜੀ, ਸਾਰੀ ਜਗ੍ਹਾ ਜਾਂਦਾ ਹੈ। ਬੀਬੀ ਹੁਣੇ ਪੋਲੀ ਹੈ, ਇਹਨੂੰ ਅਸੀਂ ਕਿਸੇ ਤਰ੍ਹਾਂ ਕੱਢੀਏ, ਹਰਾਈਏ। ਮੈਨੂੰ ਪਿਛਲੀ ਵਾਰੀ ਕਾਂਗਰਸ ਨੇ ਹਰਾਇਆ, ਮੈਨੂੰ ਅਕਾਲੀਆਂ ਨੇ ਨਹੀਂ ਹਰਾਇਆ। ਤੇ ਆਪ ਦਾ ਦਾਵਾ ਹੈ ਸੋਸ਼ਲ ਮੀਡੀਆ ਤੇ, ਖਾਸ ਕਰਕੇ ਜ਼ਮੀਨੀ ਪੱਧਰ ਤੇ ਵੀ ਉਹ ਆਉਂਦੇ ਪਏ ਸੀ ਜਿਹੜਾ ਦਿੱਲੀ ਮਾਡਲ ਦਾ ਲੋਕਾਂ ਨੂੰ ਦਿਖਾ ਰਹੇ ਹਨ ਆਪਾਂ। ਕਹਿੰਦੇ ਵੀ ਮੁਕਤਸਰ ਦੇ ਵਿੱਚ ਵੀ ਦਿੱਲੀ ਮਾਡਲ ਆਊਗਾ। ਦੇਖੋ ਹਸਪਤਾਲ ਚੱਲ ਜਾਓ, ਕਹਿੰਦੇ ਅੰਦਰ ਡਾਕਟਰ ਨਹੀਂ ਹੁੰਦਾ, ਬਾਹਰ ਆਉਂਦਿਆਂ ਨੂੰ ਮੋਟਰਸਾਈਕਲ ਨਹੀਂ ਹੁੰਦਾ। ਇਹ ਤੁਹਾਨੂੰ ਵੀ ਪਤਾ ਮੁਕਤਸਰ 'ਚ ਚੋਰੀਆਂ ਬਹੁਤ ਹੁੰਦੀਆਂ। ਤਾਂ ਲੱਗਦਾ ਵੀ ਲੋਕ ਕਿਤੇ ਦਿੱਲੀ ਮਾਡਲ ਦੀ ਗੱਲ ਤੇ ਵੱਧ ਭਰੋਸਾ ਕਰ ਜਾਣ। ਤੁਸੀਂ ਵੀ ਬਰਾੜ ਪਰਿਵਾਰ ਹੋ, ਉਹ ਵੀ ਬਰਾੜ ਪਰਿਵਾਰ। ਮੈਂ ਦਿੱਲੀ ਦੀ ਪਲੀ ਹਾਂ, ਮੈਂ ਦਿੱਲੀ ਮਾਡਲ ਦੇਖੀ ਕਿਸ ਨੇ ਬਣਾਇਆ? ਸ਼ੀਲਾ ਦੀਕਸ਼ਿਤ ਨੇ ਬਣਾਇਆ। ਜਦ ਇਹਨਾਂ ਦੇ ਕਲੀਨਿਕ ਦੇ ਵਿੱਚ ਜਾਓ, ਜਿੱਥੇ ਕਹਿੰਦੇ ਮੁਫਤ ਇਲਾਜ ਹੁੰਦੇ, ਕਲੀਨਿਕ ਦੇ ਉੱਤੇ ਤਾਲੇ ਲੱਗੇ। ਕੇਜਰੀਵਾਲ ਸਾਹਿਬ ਨਾਲ ਉਹਨਾਂ ਦੀ ਵਾਈਫ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਕਿਰਪਾ ਕਰਕੇ ਜਾ ਕੇ ਦਿੱਲੀ ਸਾਂਭੋ, ਉੱਥੇ ਬੁਰਾ ਹਾਲ ਹੈ। ਮੇਰੇ ਮਦਰ ਦੇ ਨਲਕੇ ਤੋਂ ਹੁਣ ਪੀਲਾ ਪਾਣੀ ਨਿਕਲਦਾ। ਤਾਂ ਕੁਝ ਕੰਮ ਜਿਹੜੇ ਆ ਉਹ ਬੜੇ ਲਟਕਦੇ ਆ। ਜਿੱਦਾਂ 13 ਸਾਲ ਤੋਂ ਵੱਧ ਹੋ ਗਏ ਰੇਲਵੇ ਬ੍ਰਿਜ ਦਾ ਉਦਘਾਟਨ ਕੀਤੇ ਨੂੰ, ਉਹ ਨੀਂਹ ਪੱਥਰ ਰੱਖੇ ਨੂੰ 13 ਸਾਲ। ਮੇਰੇ ਕਹਿੰਦੇ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਪਰ ਕ੍ਰੈਡਿਟ ਵਾਰ ਵੀ ਹੁੰਦਾ ਨਾ। ਉਹ ਕਹਿ ਰਹੇ ਅਸੀਂ ਬਣਵਾਇਆ, ਤੁਸੀਂ ਉੱਥੇ ਸਟੇਜ ਤੇ ਬੋਲਦੇ ਵੀ ਕਿਹਾ ਵੀ ਉਹ ਅਸੀਂ ਬਣਵਾਇਆ। ਰੋਜੀ ਜੀ ਕਹਿ ਰਹੇ ਮੈਂ ਬਣਵਾਇਆ, ਔਰ ਭਾਜਪਾ ਕਹਿੰਦੀ ਅਸੀਂ ਬਣਵਾਇਆ, ਸਰਕਾਰ ਸਾਡੀ ਸੀ। ਰੋਜੀ ਜੀ ਨੂੰ ਪੁੱਛਦੀ ਹੈ ਕਿ ਉਹ ਜਿਹਨੇ ਉਸਨੇ ਬਣਾਇਆ ਤੇ ਉਦੋਂ ਬਣਿਆ ਕਿਉਂ? ਮੈਂ ਤੁਹਾਨੂੰ ਤਸੱਲੀ ਨਾਲ ਦੱਸਦੀ ਹਾਂ ਕਿ ਬਿਨਾਂ ਅਕਾਲੀ ਰਾਜ ਦੇ ਇਹ ਬ੍ਰਿਜ ਕੰਪਲੀਟ। ਪੰਜਾਬ ਵਿਧਾਨ ਸਭਾ ਚੋਣਾਂ ਦਾ ਮਾਹੌਲ ਜਿਹੜਾ ਇਸ ਵਕਤ ਉਹ ਭਖਿਆ ਹੋਇਆ ਹੈ। ਮਾਲਵੇ ਦੀ ਬਹੁਤ ਚਰਚਿਤ ਸੀਟ ਉਹ ਸੀਟ ਜਿਨੇ ਪੰਜਾਬ ਨੂੰ ਇੱਕੋ ਜ਼ਿਲ੍ਹੇ ਨੇ ਸਭ ਤੋਂ ਵੱਧ ਮੁੱਖ ਮੰਤਰੀ ਦਿੱਤੇ। ਅਸੀਂ ਉੱਥੇ ਇਸ ਵਕਤ ਮੌਜੂਦ ਹਾਂ। ਸਾਡੇ ਨਾਲ ਕਾਂਗਰਸੀ ਉਮੀਦਵਾਰ ਸਾਬਕਾ ਵਿਧਾਇਕ ਬੀਬੀ ਕਰਨ ਕੌਰ ਬਰਾੜ ਮੌਜੂਦ ਹੈ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਬੀਬੀ ਜੀ, ਦਿਨ ਬੜੇ ਥੋੜੇ ਰਹਿ ਗਏ ਚੋਣਾਂ ਦੇ ਵਿੱਚ, ਤੇ ਹੁੰਗਾਰਾ ਤੁਹਾਨੂੰ ਲੋਕਾਂ ਦਾ ਕਿਵੇਂ ਦਾ ਮਿਲ ਰਿਹਾ? ਦੇਖੋ ਜੀ, ਜਦ ਮੈਂ ਪਹਿਲੇ ਸ਼ੁਰੂ ਕੀਤਾ ਸੀ ਬਹੁਤ ਲੇਟ ਟਿਕਟ ਮਿਲੀ, ਮਗਰ ਦਿਨ ਬ ਦਿਨ ਹੁੰਗਾਰਾ ਮਿਲ ਕੇ ਹੁਣ ਤਾਂ ਭਖ ਰਿਹਾ। ਉਮੀਦ ਮੈਨੂੰ ਪੂਰੀ ਹੈ ਕਿ ਲੋਕੀ ਮੇਰੇ ਨਾਲ ਨੇ। ਮੁੱਦਾ ਕੀ ਹੈ ਤੁਹਾਡਾ ਚੋਣਾਂ ਦਾ? ਹਰ ਇੱਕ ਦੇ ਆਪਣੇ ਮੁੱਦੇ ਹੈ। ਕੇਜਰੀਵਾਲ ਆਮ ਆਦਮੀ ਪਾਰਟੀ ਕਹਿ ਰਹੀ ਸੀ ਦਿੱਲੀ ਮਾਡਲ ਲਿਆਵਾਂਗੇ, ਅਕਾਲੀ ਕਹਿੰਦੇ ਵੀ ਤੁਸੀਂ ਵਿਸ਼ਵਾਸ ਕਰੋ ਅਸੀਂ ਵਿਕਾਸ ਕਰਾਂਗੇ। ਤੁਹਾਡਾ ਮੁੱਦਾ ਕੀ ਹੈ? ਮੇਰਾ ਮੁੱਦਾ ਹੈ ਕਿ ਜੋ ਬਰਾੜ ਪਰਿਵਾਰ ਨੇ ਕੰਮ ਸ਼ੁਰੂ ਕੀਤੇ ਸੀ ਇਸ ਇਲਾਕੇ ਦੇ ਵਿੱਚ ਉਹ ਮੁਕੰਮਲ ਕਰਨੇ ਆ। ਇੱਥੇ ਖੁਸ਼ਹਾਲੀ ਲਿਆਉਣੀ ਹੈ। ਸਾਡਾ ਇੱਕ ਇੱਥੇ ਇੰਡਸਟਰੀਅਲ ਹੱਬ ਬਣਨਾ ਸੀਗਾ ਕੋਟਲੀ ਦੇਵਨ, ਉੱਥੇ ਫੈਕਟਰੀਆਂ ਲੱਗਣੀਆਂ ਸੀ। ਮੇਰੀ ਉਮੀਦ ਹੈ
ਕਿ ਜੇ ਮੈਨੂੰ ਆਪਣੇ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲੈ ਕੇ ਆਉਣ ਤੇ ਉੱਥੇ ਅਸੀਂ ਕੁਛ ਨਾ ਕੁਛ ਲੈ ਕੇ ਆਵਾਂਗੇ ਕਿ ਇੱਥੇ ਤਰੱਕੀ ਤੇ ਖੁਸ਼ਹਾਲੀ ਦੇ ਵੱਲ ਤੁਰੀਏ। ਹਾਂਜੀ, ਤੁਸੀਂ ਬਰਾੜ ਪਰਿਵਾਰ ਦੀ ਗੱਲ ਕੀਤੀ ਹੈਗੀ ਹੈ, ਬਿਲਕੁਲ ਇੱਕ ਜਿਹੜਾ ਮੁਕਤਸਰ ਜ਼ਿਲ੍ਹਾ ਜਾਣਿਆ ਜਾਂਦਾ, ਹਾਲਾਂਕਿ ਸ਼ਾਇਦ ਜੇ ਇਹ ਜ਼ਿਲ੍ਹਾ ਨਾ ਬਣਦਾ ਤਾਂ ਗੁਰੂ ਹਰ ਸਹਾਏ ਜਾਂ ਇੱਕ ਛੋਟੀ ਜਿਹੀ ਮੰਡੀ ਵਾਂਗ ਬਹੁਤ ਪਛੜਿਆ ਰਹਿ ਜਾਂਦਾ। ਇਤਿਹਾਸਕ ਹੋਣ ਕਰਕੇ ਬਰਾੜ ਸਾਹਿਬ ਜਦੋਂ ਮੁੱਖ ਮੰਤਰੀ ਬਣੇ, ਜ਼ਿਲ੍ਹਾ ਬਣਿਆ, ਇਹ ਸਾਰੇ ਲੋਕ ਜਾਣਦੇ ਹੈਗੇ ਆ। ਤਾਂ ਕੁਝ ਕੰਮ ਜਿਹੜੇ ਆ ਉਹ ਬੜੇ ਲਟਕਦੇ ਆ, ਜਿੱਦਾਂ 13 ਸਾਲ ਤੋਂ ਵੱਧ ਹੋ ਗਏ ਰੇਲਵੇ ਬ੍ਰਿਜ ਦਾ ਉਦਘਾਟਨ ਕੀਤੇ ਨੂੰ, ਉਹ ਨੀਂਹ ਪੱਥਰ ਰੱਖੇ ਨੂੰ 13 ਸਾਲ। ਮੇਰੇ ਕਹਿੰਦੇ ਵੀ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਪਰ ਸਾਡੇ ਓਵਰ ਬ੍ਰਿਜ ਵਾਲੀ ਅਜੇ ਤੱਕ ਸੁਣੀ ਨਹੀਂ ਗਈ। ਦੇਖੋ ਜੀ, ਓਵਰ ਬ੍ਰਿਜ ਬਣ ਰਿਹਾ ਹੈ, ਉੱਥੇ ਇੱਕ ਕੰਟਰੋਵਰਸੀ ਚੱਲੀ ਸੀ ਕਿ ਪੁਰਾਣੀ ਮੰਡੀ ਤੋਂ ਟਿੱਬੀ ਸਾਹਿਬ ਰੋਡ ਦੇ ਨੀਚੇ ਅੰਡਰਪਾਸ ਹੋਣੀ ਚਾਹੀਦੀ ਹੈ, ਕੁਝ ਲੋਕ ਕਹਿ ਰਹੇ ਸੀ ਨਹੀਂ ਹੋਣੀ ਚਾਹੀਦੀ, ਇਸ ਕਰਕੇ ਉੱਥੇ ਕੰਮ ਰੁਕਿਆ ਸੀ, ਵਿੱਚ ਚੋਣ ਜ਼ਾਬਤਾ ਲੱਗ ਗਿਆ। ਮੈਂ ਤਾਂ ਮਨਪ੍ਰੀਤ ਬਾਦਲ ਜੀ ਨਾਲ ਗੱਲ ਵੀ ਕੀਤੀ ਸੀ ਕਿ ਫੰਡ ਹੋਰ ਦਿਓ ਇਹਦੇ ਲਈ, ਉਹ ਦੇਣ ਨੂੰ ਤਿਆਰ ਸੀ। ਬਾਕੀ ਤਾਂ ਕੰਮ ਆਲਮੋਸਟ ਕੰਪਲੀਟ ਹੈ ਜੀ, ਹੁਣ ਤਾਂ ਥੋੜੀ ਚੰਦ ਮਹੀਨਿਆਂ ਦੀ ਗੱਲ ਹੈ। ਕਰੋਨਾ ਕਰਕੇ ਵਿੱਚ ਮਜ਼ਦੂਰ ਇੱਥੇ ਹੈ ਨਹੀਂ ਸੀ। ਇਹਦੇ ਵਿੱਚ ਇੱਕ ਇਹ ਵੀ ਸੀ ਜੀ ਕਿ ਜਿੱਥੇ ਉਹਦੇ ਸੀਵਰੇਜ ਲਾਈਨ ਸੀ ਨਾ, ਉਹ ਰੇਲਵੇ ਲਾਈਨ ਦੇ ਨਾਲ ਲੱਗਦੀਆਂ ਸੀ। ਰੇਲਵੇ ਡਿਪਾਰਟਮੈਂਟ ਦੇ ਨਾਲ PWD ਡਿਪਾਰਟਮੈਂਟ ਦੇ ਆਪਸ ਦੇ ਵਿੱਚ ਗੱਲਬਾਤ ਕਰਕੇ ਤਾਂ ਹੀ ਉਹ ਹੋਣਾ। ਕਿਤੇ ਕਾਰਨ ਚ ਵੀ ਰਿਹਾ ਵੀ MLA ਕੋਈ ਹੋਰ ਹੁੰਦਾ, ਸਰਕਾਰ ਕੋਈ ਹੋਰ ਹੁੰਦੀ, ਕ੍ਰੈਡਿਟ ਵਾਰ ਵੀ ਹੁੰਦਾ ਨਾ। ਉਹ ਕਹਿ ਰਹੇ ਅਸੀਂ ਬਣਵਾਇਆ, ਤੁਸੀਂ ਉੱਥੇ ਸਟੇਜ ਤੇ ਬੋਲਦੇ ਵੀ ਕਿਹਾ ਵੀ ਉਹ ਅਸੀਂ ਬਣਵਾਇਆ, ਰੋਜੀ ਜੀ ਕਹਿ ਰਹੇ ਮੈਂ ਬਣਵਾਇਆ, ਔਰ ਭਾਜਪਾ ਕਹਿੰਦੀ ਅਸੀਂ ਬਣਵਾਇਆ, ਸਰਕਾਰ ਸਾਡੀ ਸੀ। ਮੈਂ ਤਾਂ ਇੱਕੋ ਗੱਲ ਰੋਜ਼ੀ ਜੀ ਨੂੰ ਪੁੱਛਦੀ ਹਾਂ ਕਿ ਉਹ ਜਿਹਨੇ ਉਸਨੇ ਬਣਾਇਆ ਤੇ ਉਦੋਂ ਬਣਿਆ ਕਿਉਂ ਨਹੀਂ। ਔਰ ਦੂਜੀ ਗੱਲ, ਆ ਜਿਹੜਾ ਬ੍ਰਿਜ ਦਾ ਫਾਈਲ ਸੀ, ਮੈਨੂੰ ਪਤਾ ਮੈਂ ਕਿੱਡੀ ਮੁਸ਼ਕਿਲ ਦੇ ਨਾਲ ਇਹ ਲੱਭਿਆ, ਇਹ ਲੱਭਦਾ ਹੀ ਨਹੀਂ ਸੀ। ਜਦ ਆਪਣੀ ਸਰਕਾਰ ਆਈ, ਮੈਂ MLA ਤਾਂ ਨਹੀਂ ਸੀ, ਮਗਰ ਮੇਰੀ ਸਰਕਾਰ ਸੀ, ਮੈਂ ਜਾ ਕੇ ਪਤਾ ਕੀਤਾ, ਮਸਾਂ ਇਸ ਨੂੰ ਕੱਢਿਆ ਤੇ ਸਿੰਗਲਾ ਸਾਹਿਬ ਤੋਂ ਇੱਥੇ ਭੂਮੀ ਪੂਜਨ ਕਰਾ ਕੇ ਇਹ ਬ੍ਰਿਜ ਦਾ ਕੰਮ ਸ਼ੁਰੂ ਕਰਾਇਆ। ਉਮੀਦ ਸੀਗੀ ਕਿ ਛੇਤੀ ਬਣੂਗਾ, ਮਗਰ ਮਹਾਮਾਰੀ ਕਰਕੇ ਇਹ ਪਿੱਛੇ ਪੈ ਗਿਆ। ਤੇ ਹੁਣ ਮੈਂ ਤੁਹਾਨੂੰ ਤਸੱਲੀ ਨਾਲ ਦੱਸਦੀ ਹਾਂ ਕਿ ਬਿਨਾਂ ਅਕਾਲੀ ਰਾਜ ਦੇ ਇਹ ਬ੍ਰਿਜ ਕੰਪਲੀਟ ਹੋਊਗਾ। ਇੱਕ ਹੋਰ ਆ ਜੀ, ਮੁਕਤਸਰੋਂ ਆਪਾਂ ਸਾਦਿਕ ਨੂੰ ਚੱਲ ਜਾਈਏ, ਜਿੱਥੋਂ ਤੱਕ ਮੁਕਤਸਰ ਹਲਕੇ ਦੀ ਹੱਦ ਆ, ਸੜਕ ਟੁੱਟੀ ਆ। ਗੁਰੂ ਹਰਸਾਏ ਨੂੰ ਚੱਲ ਜਾਓ, ਮੁਕਤਸਰ ਦੀ ਹੱਦ ਤੱਕ ਸੜਕ ਟੁੱਟੀ ਆ। ਮਲੋਟ ਦਾ ਤਾਂ ਮੈਨੂੰ ਕਹਿਣ ਤੋਂ ਬਿਨਾਂ ਹੀ ਸਾਰੇ ਹੀ ਦੱਸਦੇ ਆ ਨਾ। ਤਾਂ ਇੱਕ ਕੋਟਕਪੁਰਾ ਰੋਡ ਬਚਿਆ, ਉਧਰ ਨੂੰ ਜਾਈਏ ਸੁੱਖ ਨਾਲ ਸੜਕ ਚੱਲਦੀ ਆ, ਪਰ ਉੱਥੇ ਟੋਲ ਪਲਾਜ਼ਾ ਲੱਗਿਆ ਹੋਇਆ। ਤਾਂ ਮੁਕਤਸਰ ਦੀਆਂ ਕੋਟ ਵਾਲੀ ਸੜਕ ਨੂੰ ਛੱਡ ਕੇ ਤੇ ਇੱਕ ਬਠਿੰਡੇ ਵਾਲੀ ਮਾੜੀ ਛੱਡ ਕੇ ਸਾਰੀਆਂ ਸੜਕਾਂ ਦਾ ਬੁਰੇ ਹਾਲ ਹੀ ਰਹਿੰਦੇ ਆ। ਤੁਸੀਂ ਵੀ ਵਿਧਾਇਕ ਰਹੇ ਹੋ, ਤੁਹਾਡੀ ਸਰਕਾਰ ਵੀ ਸੁੱਖ ਨਾਲ ਰਹੀ ਆ, ਪੌਣੇ 5 ਸਾਲ ਕੈਪਟਨ ਸਾਹਿਬ ਰਹੇ ਆ, ਮੁੜ ਕੇ ਚੰਨੀ ਜੀ ਵੀ 100 ਦਿਨ ਰਹੇ ਆ। ਇਹ ਮੁਕਤਸਰ ਨਾਲ ਇਹ ਹਾਲਾਤ ਕਿਉਂ ਰਹਿੰਦੇ? ਮੈਂ ਤਾਂ ਸਾਰੇ ਵਿਧਾਇਕਾਂ ਨੂੰ ਇਹ ਕਹਿਣਾ ਹੁੰਦਾ। ਮੈਂ ਤੁਹਾਨੂੰ ਟੋਕਦੀ ਹਾਂ ਜੀ, ਜਿੱਥੇ ਮਲੋਟ ਹਲਕਾ ਸ਼ੁਰੂ ਹੁੰਦਾ ਹੈ ਉੱਥੇ ਸੜਕ ਟੁੱਟੀ ਹੈ, ਆਪਣੇ ਪਾਸੇ ਨਹੀਂ ਟੁੱਟੀ। ਤੁਸੀਂ ਮੁਕਤਸਰੋਂ ਸ਼ੁਰੂ ਹੋ ਜਾਓ, ਰਪਾਣਾ ਇੱਥੋਂ ਬਾਈਪਾਸ ਤੋਂ ਸੂਆ ਕੱਸੀ ਦਾ ਉਹ ਤਾਂ ਮੈਨੂੰ ਪਤਾ, ਕੱਸੀ ਮੁਕਤਸਰ ਵਾਲੀ ਤਾਂ ਮਲੋਟ 'ਚ ਹੈ। ਦੇਖੋ ਮੇਰੀ ਗੱਲ ਸੁਣੋ, ਰਾਧਾ ਸਵਾਮੀ ਦੇ ਡੇਰੇ ਤੋਂ ਉਰੇ ਤੱਕ ਸਾਰੀ ਸੜਕ ਟੁੱਟੀ ਹੋਈ ਹੈ। ਦੇਖੋ ਅੱਗੇ ਤੱਕ ਜਿਹੜੀ ਸੜਕ ਜਾਂਦੀ ਹੈ ਉਹਦੇ ਵਿੱਚ ਮੇਰਾ ਜ਼ਿੰਮੇਵਾਰੀ ਨਹੀਂ ਸੀ। ਉੱਥੇ ਡਿਪਟੀ ਸਪੀਕਰ ਲੱਗੇ ਸੀਗੇ ਭੱਟੀ ਸਾਹਿਬ, ਉਹਨਾਂ ਨੂੰ ਮੈਂ ਕਹਿੰਦੀ ਰਹੀ ਹਾਂ ਕਿ ਆ ਸੜਕ ਬਣਾਓ। ਔਰ ਦੂਜੇ ਪਾਸੇ ਗੁਰੂ ਹਰਸਹਾਏ ਸਾਦਕ, ਉੱਥੇ ਵੀ MLA ਸੀਗੇ ਆਪਣੇ ਕਾਂਗਰਸ ਦੇ, ਉਹਨਾਂ ਨੂੰ ਬਣਾਉਣੀ ਚਾਹੀਦੀ ਸੀਗੀ। ਤੁਹਾਡੇ ਹੀ ਸੀ ਨਾ ਸਾਰੇ ਪਾਸੇ, ਤੁਹਾਡੇ ਨੇ ਬਣਾਈ ਨਹੀਂ। ਸਰਕਾਰ ਵੀ ਤੁਹਾਡੀ, ਮੁਕਤਸਰ 'ਚ ਤਾਂ ਤੁਸੀਂ ਨਹੀਂ ਸੀਗੇ, ਸਰਕਾਰ ਤੁਹਾਡੀ ਸੀਗੀ। ਮੈਂ ਤਾਂ ਨਹੀਂ ਮੰਨਦੀ ਇਹ ਗੱਲ। ਮੈਂ ਕਹਿੰਦੀ ਹਾਂ ਕਿ ਜਿੱਥੇ ਵਿਧਾਇਕ ਆਪਣਾ ਹੈ ਉਹਦਾ ਜੁਮਾ ਬਣਦਾ ਹੈ। ਜਿਹੜਾ ਦੂਜੇ ਪਾਸੇ ਤੁਸੀਂ ਜਾਓ, ਗੁਰੂ ਹਰਸਹਾਏ ਤੋਂ ਅੱਗੇ ਬੁਰਾ ਹਾਲ ਸੀ। ਆਪਣੀ ਸੜਕ ਇਧਰਲੇ ਪਾਸੇ ਜਲਾਲਾਬਾਦ ਰੋਡ ਤੋਂ ਜਾ ਕੇ ਦੇਖੋ, ਬਿਲਕੁਲ ਸਹੀ ਹੈ, ਉਹ ਮੈਂ ਠੀਕ ਕਰਵਾਈ ਹੈ। ਗੇਟ ਕੋਲੇ ਸਾਰੇ ਪਾਸੇ ਹੈਗੀ ਹੈ ਇੱਥੇ। ਦੇਖੋ ਜੀ 3 ਵਾਰੀ ਤਾਂ ਉੱਥੇ ਸੀਵਰੇਜ ਜਿਹੜਾ ਸੀਗਾ ਉਹ ਟੁੱਟਿਆ ਸੀ। ਹੁਣ ਜਾ ਕੇ ਦੇਖੋ, ਤੁਸੀਂ ਕਦੋਂ ਗਏ ਸੀ ਉੱਥੇ? ਅਸੀਂ ਤਾਂ ਦੋ ਜਾਈਦਾ ਜੀ, ਅਸੀਂ ਤਾਂ ਸਰਵੇ ਵੀ ਕਰਦੇ ਫਿਰਦੇ ਰੋਡ ਹਾਂ। ਤੋਂ ਅੱਗੇ ਬਿਲਕੁਲ ਕਲੀ ਆਪਣੀ ਹੈ ਨਹੀਂ ਖਰਾਬ। ਹਾਂ, ਦੂਜੇ ਪਾਸੇ ਸਾਦਕ ਰੋਡ ਬਿਲਕੁਲ ਟੁੱਟੀ ਪਈ ਹੈ, ਮਗਰ ਉਹ ਸਾਡੇ ਤੋਂ ਅੱਗੇ ਜਦ ਜਾਂਦੇ ਉਸ ਤੋਂ ਵੀ ਬੁਰਾ ਹਾਲ ਹੈ। ਮਤਲਬ ਬੁਰਾ ਹਾਲ ਤੁਹਾਡੇ ਵੀ ਤਾਂ ਉਹਨਾਂ ਦਾ ਉਦੋਂ ਵੀ ਵੱਧ ਬੁਰਾ ਹਾਲ ਹੈ। ਹਾਂਜੀ, ਉਹ ਕਹਿੰਦੇ ਨੇ ਜਦ ਵੀ ਪਤਾ ਕਰੀਦਾ ਕਿ ਪ੍ਰਧਾਨ ਮੰਤਰੀ ਦੀ ਇੱਕ ਸੜਕ ਨਿਕਲਣੀ ਹੈ, ਉਹਦੀ ਉਡੀਕ 'ਚ ਕਿਹੜੇ ਪਾਸੇ ਤੋਂ ਨਿਕਲਣੀ ਹੈ। ਮੈਂ ਤਾਂ ਕਈ ਵਾਰ ਪਤਾ ਕੀਤਾ ਇਹਦੇ ਬਾਰੇ। ਕੋਟਕਪੂਰਾ ਰੋਡ ਜਿਹੜੀ ਹੈ ਉਹ ਠੀਕ ਹੈ, ਬਠਿੰਡੇ ਵਾਲੀ ਵੀ ਸੜਕ ਠੀਕ ਹੈ। ਤੁਸੀਂ ਇੰਨਾ ਨਾ ਕਹੋ, ਆਪਣੀ ਅਬੋਹਰ ਵਾਲੇ ਪਾਸੇ ਵੀ ਇੰਨੀ ਮਾੜੀ ਹਾਲ ਨਹੀਂ। ਮਲੋਟ ਵਾਲੀ ਤਾਂ ਸਿੱਧੇ ਉਹ ਸੱਪ ਵਲੇ ਪਈਆਂ, ਜੇ ਅਬੋਹਰ ਜਾਣਾ ਹੋਵੇ ਤਾਂ ਉਹਨੇ 'ਚ ਬੰਦਾ ਲੁਧਿਆਣੇ ਪਹੁੰਚ ਜਾਂਦਾ, ਉਹਨੇ 'ਚ। ਉਹ ਤਾਂ ਤੁਸੀਂ ਕਹਿੰਦੇ ਹੋ ਜੀ, ਮਗਰ ਮਲੋਟ ਦਾ ਤਾਂ ਆਪਣੀ ਗਲਤੀ ਨਹੀਂ, ਉਹਨਾਂ ਦਾ ਆਪਣਾ ਉੱਥੇ MLA ਡਿਪਟੀ ਸਪੀਕਰ ਸੀ, ਉਹਨੂੰ ਪੁੱਛੋ। ਮੈਂ ਤੁਹਾਡੀ ਸਰਕਾਰ ਦਾ ਸੀ, ਤੁਹਾਨੂੰ ਜਾਪਦਾ ਵੀ ਉਹ ਕਰ ਦਿੰਦੇ ਤੇ ਚੰਗਾ ਸੀਗਾ। ਸੀ ਉਹਨਾਂ ਨਾਲ ਜਾਣਾ ਆਉਣਾ ਹੁੰਦਾ, ਤੁਹਾਡੇ ਵੋਟਰਾਂ ਨਹੀਂ ਜਾਣਾ ਹੁੰਦਾ। ਕਈ ਵਾਰ ਗੱਲ ਕੀਤੀ ਜੀ, ਉਹ ਕਹਿੰਦੇ ਸੀ ਬਣ ਰਹੀ ਹੈ, ਤੇ ਹੁਣ ਮੈਂ ਉਹਨਾਂ ਦੇ ਇੱਥੇ ਅੰਗੂਠਾ ਤਾਂ ਨਹੀਂ ਲਾ ਸਕਦੀ, ਮੈਂ ਤਾਂ MLA ਵੀ ਨਹੀਂ ਸੀ। ਤਾਂ ਰਹਿ ਗਿਆ ਜੀ ਆਪਣਾ ਕੋਟ ਵਾਲਾ ਰੋਡ, ਉਹਦੇ ਬਾਰੇ ਦੱਸ ਦਿਓ। ਲੋਕਾਂ 'ਚ ਇੱਕ ਚਰਚਾ ਛਿੜੀ ਹੋਈ ਹੈ ਚੋਣਾਂ ਜਾ ਕੇ, ਤੁਹਾਨੂੰ ਪਤਾ ਬਹੁਤ ਸਾਰੀਆਂ ਗੱਲਾਂ, ਕਈ ਵਾਰੀ ਸੱਚੀਆਂ ਵੀ ਹੁੰਦੀਆਂ, ਕਈ ਵਾਰੀ ਝੂਠੀਆਂ ਵੀ ਹੁੰਦੀਆਂ। ਕਹਿੰਦੇ ਵੀ ਜਿਹੜਾ ਟੋਲ ਪਲਾਜ਼ਾ ਨਾ ਸਰਾਵਾਂ ਵਾਲਾ, ਉਹਨ 'ਚ
ਬਰਾੜ ਪਰਿਵਾਰ ਦਾ ਹਿੱਸਾ ਹੈ। ਮੈਂ 100 ਖਾਣ ਨੂੰ ਤਿਆਰ ਹਾਂ ਕਿ ਬਿਲਕੁਲ ਇਹ ਬੇਬੁਨਿਆਦ ਝੂਠ ਹੈ। ਮੈਂ ਕਦੀ ਵੀ ਨਹੀਂ ਇਹੋ ਜਿਹੇ ਕੰਮ ਕਰਦੀ ਔਰ ਨਾ ਮੇਰੇ ਪਰਿਵਾਰ ਨੇ ਕੀਤਾ। ਦੁਨੀਆ ਜੋ ਮਰਜ਼ੀ ਉਂਗਲਾਂ ਚੁੱਕੇ, ਮੇਰਾ ਇੱਕ ਵੀ ਨਵਾਂ ਪੈਸਾ ਉਹਦੇ ਵਿੱਚ ਨਹੀਂ ਪਰ ਆਉਂਦਾ। ਉਹ ਤੁਹਾਨੂੰ ਲੱਗਦਾ ਵੀ ਉਹ ਜਾਇਜ਼ ਲੱਗਿਆ ਹੋਇਆ ਜਾਂ ਨਹੀਂ, ਕਿਉਂਕਿ ਅਜੇ ਤੱਕ ਤਾਂ ਪੁਲ ਵੀ ਨਹੀਂ ਬਣਿਆ, ਬਹੁਤ ਸਾਰੀਆਂ ਥਾਵਾਂ ਤੋਂ ਸੜਕ ਵੀ ਕਹਿੰਦੀ ਹਾਂ ਜੀ, ਮੈਂ ਆਪ ਕਹਿੰਦੀ ਹਾਂ ਕਿ ਉੱਥੇ ਟੋਲ ਨਹੀਂ ਲੱਗਣਾ ਚਾਹੀਦਾ। ਅਸੀਂ ਤਾਂ ਇਹ ਮੁੱਦਾ ਚੁੱਕਿਆ, ਡੀਸੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਸੀ ਜਦ ਮਨਪ੍ਰੀਤ ਬਾਦਲ ਇੱਕ ਵਾਰੀ ਮਾਗੀ ਦੇ ਟਾਈਮ ਆਏ ਸੀਗੇ ਮੱਥਾ ਟੇਕਣ, ਉਦੋਂ ਸਾਡੀ ਮੀਟਿੰਗ ਹੋਈ ਸੀ ਕਨੈਲ ਰੈਸਟ ਹਾਊਸ 'ਚ। ਮੈਂ ਆਪ ਮੁੱਦਾ ਚੁੱਕਿਆ ਸੀ ਕਿ ਇਹ ਬਿਲਕੁਲ ਬੇਬੁਨਿਆਦ ਹੈ, ਇੱਥੇ ਕੋਈ ਟੋਲ ਨਹੀਂ ਲੱਗਣਾ ਚਾਹੀਦਾ ਜਿੰਨੀ ਦੇਰ ਦੇ ਵਿੱਚ 6 ਲੇਨ ਨਾ ਹੋਵੇ ਤੇ ਇੱਥੇ ਬ੍ਰਿਜ ਪੂਰਾ ਨਾ ਬਣੇ। ਤੁਸੀਂ ਵੀ ਕਹਿੰਦੇ ਹੋ, ਤੁਸੀਂ ਵੀ ਸਹਿਮਤ ਹੋ, ਲੋਕ ਵੀ ਸਹਿਮਤ ਆ, ਸਰਕਾਰ ਵੀ ਤੁਹਾਡੀ ਸੀ, ਪਰ ਲਾਇਆ ਕਿੰਨੇ ਆ? ਕੋਈ ਉੱਤੋਂ ਆ ਕੇ ਲਾ ਗਿਆ ਕੋਈ? ਬਾਦਲ ਨੇ ਲਾਇਆ ਜੀ ਉੱਥੇ। ਤੁਹਾਡੀ ਸਰਕਾਰ 'ਚ ਵੀ ਚੱਲਦਾ ਰਿਹਾ, ਇਟ ਮੀਨਸ ਜਿਹੜੇ ਸੁਖਬੀਰ ਨੇ ਕੰਮ ਕੀਤੇ ਸੀ ਤੁਸੀਂ ਵੀ ਸਹਿਮਤ ਸੀ ਉਹਨਾਂ ਨਾਲ, ਤੁਹਾਡੀ ਸਰਕਾਰ ਵੀ ਸਹਿਮਤ? ਬਿਲਕੁਲ ਨਹੀਂ ਸਹਿਮਤ ਉਸ ਗੱਲ ਨਾਲ, ਮਗਰ ਜਿਹੜਾ ਸਰਕਾਰ ਇੱਕ ਵਾਰੀ ਟੋਲ ਟੈਕਸ ਲਗਾਉਣ ਲੱਗੇ, ਐਡੀ ਸੌਖੀ ਗੱਲ ਨਹੀਂ ਹੈ ਉਹਨੂੰ ਬੰਦ ਕਰਨੀ। ਉਹਨਾਂ ਨੂੰ ਮੈਨੂੰ ਯਾਦ ਹੈ ਉਦੋਂ ਜਰੰਗਲ ਸਾਹਿਬ ਸਾਡੇ ਡੀਸੀ ਸੀ, ਉਹਨਾਂ ਨੇ ਚਿੱਠੀ ਵੀ ਕੱਢੀ ਸੀਗੀ ਕਿ ਇਹ ਤੁਹਾਡੀ ਲਾਸਟ ਵਾਰਨਿੰਗ ਹੈ, ਜੇ ਤੁਸੀਂ ਇੱਥੇ ਪੁਲ ਨੂੰ ਵਧਾਓਗੇ ਨਹੀਂ, ਇੱਥੇ ਟੋਲ ਪਲਾਜ਼ਾ ਤੁਹਾਡਾ ਬੰਦ ਕੀਤਾ ਜਾਊਗਾ। ਅਨਫੋਰਚੂਨੇਟਲੀ ਉਹਨਾਂ ਦੀ ਬਦਲੀ ਹੋ ਗਈ ਤੇ ਨਵਾਂ ਡੀਸੀ ਆ ਗਿਆ। ਮਗਰ ਜੇ ਕੋਈ ਕਹਿੰਦਾ ਕਿ ਮੇਰਾ ਹਿੱਸਾ ਹੈ ਨਾ ਉਹਦੇ ਵਿੱਚ, ਮੈਂ ਕਹਿੰਦੀ ਹਾਂ ਸ਼ਰਮ ਦੀ ਗੱਲ ਹੈ ਕਿ ਕੋਈ ਮੇਰੇ ਵੱਲ ਇਹੋ ਜਿਹੀ ਕੋਈ ਉਂਗਲ ਚੁੱਕੇ। ਤੁਸੀਂ ਇਹੋ ਜਿਹੇ ਪੈਸਿਆਂ ਦੀ ਲੋੜ ਨਹੀਂ ਹੈ। ਤੁਸੀਂ ਲੋਕਾਂ 'ਚ ਆਏ ਹੈਗੇ ਹੋ, ਲੋਕ ਸਤਿਕਾਰ ਦੇ ਰਹੇ ਆ ਤੁਹਾਨੂੰ, ਕਿਉਂਕਿ ਬਰਾੜ ਪਰਿਵਾਰ ਪੁਰਾਣਾ ਪਰਿਵਾਰ ਹੈਗਾ, ਤਾਂ ਜੇ ਤੁਸੀਂ ਵਿਧਾਇਕ ਬਣ ਜਾਂਦੇ ਹੋ ਉਸ ਟੋਲ ਪਲਾਜ਼ੇ ਨੂੰ ਬੰਦ ਕਰਾਉਣ ਵਾਸਤੇ ਕੋਸ਼ਿਸ਼ ਕਰੋਗੇ? ਨਹੀਂ, ਮੈਂ ਉਹਨੂੰ ਵਧਾ ਕੇ ਉਹਨੂੰ 6 ਲੇਨ ਬਣਾਉਣ ਦੀ ਕੋਸ਼ਿਸ਼ ਕਰੂੰਗੀ ਤਾਂ ਕਿ ਜਿਹੜਾ ਲੱਗਿਆ ਉਹ ਜਾਇਜ਼ ਹੋਵੇ। ਉਹ ਸੜਕ ਤੇ ਬਣੀ ਨਹੀਂ ਗੀ, ਪੁਲ ਬਣਿਆ ਨਹੀਂ ਗਾ ਔਰ ਪੈਸੇ ਲੈ ਰਹੇ ਆ। ਹਾਂ, ਮੈਂ ਬਿਲਕੁਲ, ਮੈਂ ਤਾਂ ਕਹਿੰਦੀ ਉਹਨੂੰ ਬਿਲਕੁਲ, ਜੇ ਉਹਨਾਂ ਨੂੰ ਰੱਖਣਾ ਹੈ ਤੇ ਉਹ ਬਣਨਾ ਚਾਹੀਦਾ ਸਹੀ ਤਰੀਕੇ ਨਾਲ, ਨਹੀਂ ਤਾਂ ਬੰਦ ਹੋਣਾ ਚਾਹੀਦਾ। ਤਾਂ ਇੱਕ ਹੁਣ ਆਪਾਂ ਹਲਕੇ 'ਚ ਆ ਜਾਂਦੇ ਆ ਜੀ। ਇੱਕ ਪਾਸੇ ਤੁਹਾਡੇ ਸਾਹਮਣੇ ਮੌਜੂਦਾ ਐਮਐਲਏ ਰਹੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਹੈ, ਇੱਕ ਪਾਸੇ ਕਾਕਾ ਬਰਾੜ ਜੀ ਹੈ, ਭਾਜਪਾ ਤੋਂ ਹੈਗੇ ਆ ਪਠੇਲਾ ਜੀ। ਤੁਹਾਨੂੰ ਕੀ ਜਾਪਦਾ ਤੁਹਾਡਾ ਮੁਕਾਬਲਾ ਇਹਨਾਂ 'ਚੋਂ ਉਮੀਦਵਾਰਾਂ 'ਚੋਂ ਕਿਹਦੇ ਨਾਲ ਜ਼ਿਆਦਾ ਹੈਗਾ? ਤੁਹਾਨੂੰ ਤੁਹਾਡੀ ਵੋਟ ਬੈਂਕ ਨੂੰ ਜਾਂ ਤੁਹਾਡੇ ਜਿਹੜੇ ਏਜੰਡੇ ਨੂੰ ਕੌਣ ਪ੍ਰਭਾਵਿਤ ਕਰਦਾ? ਦੇਖੋ, ਮੈਂ ਤਾਂ ਕਹਿੰਦੀ ਹਾਂ ਜਦ ਦਾ ਚਰਨਜੀਤ ਸਿੰਘ ਚੰਨੀ ਦਾ ਨਾਮ ਅਨਾਉਂਸ ਹੋਇਆ ਹੈਗਾ ਸਾਡਾ ਚੀਫ ਮਿਨਿਸਟਰ ਫੇਸ, ਮੇਰਾ ਕਿਸੇ ਦੇ ਨਾਲ ਨਹੀਂ ਮੁਕਾਬਲਾ। ਚੰਨੀ ਜੀ ਦੇ ਨਾਂ ਦੇ ਉੱਤੇ ਹੀ ਵੋਟਾਂ ਪੈ ਰਹੀਆਂ, ਕਿਉਂਕਿ ਉਹਨਾਂ ਦੇ ਪੈਰ ਜ਼ਮੀਨ ਦੇ ਨਾਲ ਲੱਗੇ ਹੋਏ ਨੇ, ਪੜ੍ਹੇ ਲਿਖੇ ਨੇ, ਕਾਬਿਲ ਨੇ, 3 ਵਾਰੀ ਐਮਐਲਏ ਬਣੇ ਨੇ, ਆਪਣੇ ਵਿਰੋਧੀ ਧਿਰ ਦੇ ਨੇਤਾ ਬਣੇ ਨੇ ਤੇ ਮੰਤਰੀ ਵੀ ਬਣੇ, ਆਪਣਾ ਮਹਿਕਮਾ ਬਹੁਤ ਸੋਹਣੀ ਤਰ੍ਹਾਂ ਹੈਂਡਲ ਕੀਤਾ ਹੈ। ਔਰ 111 ਦਿਨ ਦੇ ਵਿੱਚ ਉਹਨਾਂ ਨੇ ਸਾਨੂੰ ਲੱਛਣ ਵੀ ਦੇ ਦਿੱਤੇ ਨੇ ਕਿ ਉਹਨਾਂ ਦੀ ਥਾਟ ਪ੍ਰੋਸੈਸ ਕੀ ਹੈ, ਉਹ ਤਰੱਕੀ ਦੇ ਵੱਲ ਹੀ ਚੱਲਣਗੇ। ਆਪ ਦਾ ਦਾਵਾ ਹੈ ਸੋਸ਼ਲ ਮੀਡੀਆ ਤੇ ਖਾਸ ਕਰਕੇ ਜ਼ਮੀਨੀ ਪੱਧਰ ਤੇ ਵੀ ਉਹ ਆਂਦੇ ਪਏ ਅਸੀਂ ਜਿਹੜਾ ਦਿੱਲੀ ਮਾਡਲ ਦਾ ਲੋਕਾਂ ਨੂੰ ਦਿਖਾ ਰਹੇ ਹਾਂ ਨਾ ਆਪਾਂ, ਕਹਿੰਦੇ ਵੀ ਮੁਕਤਸਰ ਦੇ ਵਿੱਚ ਵੀ ਦਿੱਲੀ ਮਾਡਲ ਆਊਗਾ, ਦੇਖੋ ਹਸਪਤਾਲ ਚੱਲ ਜਾਓ, ਕਹਿੰਦੇ ਅੰਦਰ ਡਾਕਟਰ ਨਹੀਂ ਹੁੰਦਾ, ਬਾਹਰ ਆਉਂਦਿਆਂ ਨੂੰ ਮੋਟਰਸਾਈਕਲ ਨਹੀਂ ਹੁੰਦਾ। ਇਹ ਤੁਹਾਨੂੰ ਵੀ ਪਤਾ ਮੁਕਤਸਰ 'ਚ ਚੋਰੀਆਂ ਬਹੁਤ ਹੁੰਦੀਆਂ, ਤਾਂ ਲੱਗਦਾ ਵੀ ਲੋਕ ਕਿਤੇ ਦਿੱਲੀ ਮਾਡਲ ਦੀ ਗੱਲ ਤੇ ਵੱਧ ਭਰੋਸਾ ਕਰ ਜਾਣ। ਤੁਸੀਂ ਵੀ ਬਰਾੜ ਪਰਿਵਾਰ ਹੋ, ਵੀ ਬਰਾੜ ਪਰਿਵਾਰ ਜੀ। ਤੁਸੀਂ ਇੱਕ ਗੱਲ ਭੁੱਲ ਜਾਓ, ਮੈਂ ਦਿੱਲੀ ਦੀ ਪਲੀ ਹਾਂ, ਮੈਂ ਦਿੱਲੀ ਮਾਡਲ ਦੇਖੀ ਕਿਸਨੇ ਬਣਾਇਆ? ਸ਼ੀਲਾ ਦੀਕਸ਼ਿਤ ਨੇ ਬਣਾਇਆ। ਆ ਜਿਹੜਾ ਹੈਗਾ ਕੇਜਰੀਵਾਲ, ਇਹਨੇ ਇੱਕ ਪੁਲ ਬਣਾਇਆ, ਬੜੀ ਫੜ ਮਾਰੀ ਕਿ ਮੈਂ ਜੀ ਬੜੇ ਪੈਸੇ ਬਚਾਏ, ਇਹ ਲੁੱਟ ਹੁੰਦੀ ਸੀਗੀ ਕਾਂਗਰਸ ਦੀ, ਦੇਖੋ ਅਸੀਂ ਪਤਾ ਨਹੀਂ ਕਿੰਨੇ ਕਰੋੜ ਰੁਪਏ ਘੱਟ ਦਾ ਉਹ ਪੁਲ ਬਣਾਇਆ, ਹਫਤੇ ਬਾਅਦ ਉਹ ਪੁਲ ਗਿਰ ਗਿਆ। ਆ ਤਾਂ ਹੈ ਕੇਜਰੀਵਾਲ, ਕਹਿੰਦਾ ਸੀਗਾ ਕਿ ਮੈਂ ਚੀਫ ਮਿਨਿਸਟਰ ਦੇ ਘਰ 'ਚ ਨਹੀਂ ਰਹੂੰਗਾ, ਮੈਂ ਸਰਕਾਰੀ ਬਿਲਕੁਲ ਕੋਈ ਕੰਮ ਨਹੀਂ ਲਊਂਗਾ। 2 ਕੋਠੀਆਂ ਇਕੱਠੀਆਂ ਕਰਕੇ ਉਹਦੇ ਵਿੱਚ ਰਹਿ ਰਿਹਾ। ਜਦ ਇਹਨਾਂ ਦੇ ਕਲੀਨਿਕ ਦੇ ਵਿੱਚ ਜਾਓ ਜਿੱਥੇ ਕਹਿੰਦੇ ਮੁਫਤ ਇਲਾਜ ਹੁੰਦੇ, ਆਏ ਦਿਨ ਜਦ ਮੈਂ ਆਪਣੀ ਮਾਂ ਨੂੰ ਮਿਲਣ ਜਾਂਦੀ ਹਾਂ ਦਿੱਲੀ, ਮੈਂ ਜਾ ਕੇ ਚੈੱਕ ਕਰਦੀ ਹਾਂ, ਉਹਨਾਂ ਕਲੀਨਿਕ ਦੇ ਉੱਤੇ ਤਾਲੇ ਲੱਗੇ ਹੋਏ ਨੇ। ਗੱਲਾਂ ਹੈ, ਜਦ ਅਸੀਂ ਗੱਲ ਕਰਦੇ ਹਾਂ ਕੋਈ ਕਿਸੇ ਨਾਲ, ਸਾਰੇ ਇਹੀ ਕਹਿੰਦੇ ਨੇ ਕਿ ਕੇਜਰੀਵਾਲ ਕਹਿੰਦਾ ਹੈ ਭਈਆ ਮੈਂ ਹੈ तो आपका मुख्यमंत्री मगर दिल्ली में तो मोदी की चलती है। ਮੈਨੂੰ ਦੱਸੋ ਚੀਫ ਮਿਨਿਸਟਰ ਤੁਸੀਂ ਹੋ ਤੇ ਪ੍ਰਧਾਨ ਮੰਤਰੀ ਦਾ ਚੱਲਦਾ? ਐਵੇਂ ਗੱਲਾਂ ਐ ਸਾਰੀਆਂ। ਦਿੱਲੀ ਮਾਡਲ ਉਹ ਇਸ ਲਈ ਤੁਹਾਨੂੰ ਦਿਖਾ ਰਹੇ ਨੇ ਕਿਉਂਕਿ ਉੱਥੇ ਸ਼ੀਲਾ ਦੀਕਸ਼ਿਤ ਤੇ ਕੰਮ ਨੇ, ਮਗਰ ਉਹ ਦਿੱਲੀ ਤੋਂ ਇੱਥੇ ਕਿਉਂ ਆਉਂਦੇ ਨੇ ਕਿ ਅਸੀਂ ਆਪਾਂ ਸੁਣਿਆ 5 ਸਾਲ ਦੇ ਲਈ ਇਸ ਵਾਰ ਕੇਜਰੀਵਾਲ ਕਿ ਕਿੱਡੇ ਸਾਡੇ ਕੰਧਾਂ ਤੇ ਲੱਗਿਆ ਸੀ, ਕੇਜਰੀਵਾਲ ਜੀ ਤੁਸੀਂ ਦਿੱਲੀ ਰਹੋ ਤੇ ਦਿੱਲੀ ਸੰਭਾਲੋ, ਜੇ ਤੁਸੀਂ ਸੰਭਾਲ ਸਕਦੇ ਹੋ। ਮੈਂ ਦਾਅਵੇ ਨਾਲ ਕਹਿੰਦੀ ਅਗਲੀ ਵਾਰ ਕੇਜਰੀਵਾਲ ਦਿੱਲੀ ਨਹੀਂ ਜਿੱਤੂ, ਇਸੇ ਲਈ ਇੱਥੇ ਪੰਜਾਬ ਵਾਲਾ ਰੱਖਦਾ। ਅਸੀਂ ਪਿਛਲੇ ਦਿਨੀ ਕਾਕਾ ਬਰਾੜ ਜੀ ਤੁਹਾਡੇ ਵਿਰੋਧੀ ਹੈਗੇ ਆ, ਚੋਣਾਂ ਲੜ ਰਹੇ, ਉਹਨਾਂ ਨੇ ਇੰਟਰਵਿਊ ਕੀਤੀ, ਉਹ ਕਹਿੰਦੇ ਵੀ 5-7 ਵੀ ਜਿਹੜੀਆਂ ਸੀਟਾਂ ਕਹਿੰਦੇ ਪੰਜਾਬ 'ਚ ਅਕਾਲੀ ਲੈ ਜਾਣਗੇ ਤੇ 4 ਕਹਿੰਦੇ ਕਾਂਗਰਸੀ ਲੈ ਜਾਣਗੇ। ਪਿਛਲੀ ਵਾਰੀ ਕਾਕਾ ਬਰਾੜ ਦੀ ਪਾਰਟੀ ਕਹਿੰਦੀ ਸੀ 100 ਸੀਟਾਂ ਆਪਾਂ ਲਵਾਂਗੇ, 22 ਆਈਆਂ ਤੇ 22 ਦੇ ਵਿੱਚੋਂ 9 ਇਹਨਾਂ ਦੇ ਐਮਐਲਏ ਭੱਜ ਵੀ ਗਏ। ਤੇ ਮੈਂ ਨਹੀਂ ਕਹਿੰਦੀ ਕਿ ਇਹਨਾਂ ਦੀ ਜ਼ਿਆਦਾ, ਇਹਨਾਂ ਦੀ ਕੋਈ ਨਹੀਂ ਆਣੀ ਸਰਕਾਰ ਜੀ। ਲੋਕੀ ਬੜੇ ਸਿਆਣੇ ਹੈ, ਕਿਉਂ ਲਿਆਣਗੇ? ਕੋਈ ਦਿੱਲੀ ਦਾ ਜਿਹੜਾ ਬੰਦਾ ਹੈ
ਉਹ ਇੱਥੇ ਪੰਜਾਬ ਆ ਕੇ ਚਲਾਊ ਤੇ ਭਗਵੰਤ ਮਾਨ ਬਣੂਗਾ ਆਪਣਾ ਭਗਵੰਤ ਮਾਨ ਬਾਰੇ ਤੁਹਾਡਾ ਕੀ ਖਿਆਲ ਆ? ਤੁਸੀਂ ਮੈਂ 4-5 ਥਾਵਾਂ ਤੇ ਤੁਹਾਨੂੰ ਸੁਣਿਆ, ਤੁਸੀਂ ਬੜਾ ਤਿੱਖੀ ਸ਼ਬਦਾਵਲੀ ਵਰਤ ਰਹੇ ਹੋ। ਉਹ ਕਹਿੰਦੇ ਵੀ ਬੰਦਾ ਬੜਾ ਸਾਊ ਹੈ, ਆਮ ਜਿਹਾ ਬੰਦਾ ਹੈ। ਦੇਖੋ ਮਾਤਾ ਵੀ ਪ੍ਰਚਾਰ ਕਰ ਰਹੀ ਹੈ ਉਹਦੇ ਬਾਰੇ। ਸੀਰੀਅਸਲੀ ਜਿਹੜਾ ਬੰਦਾ ਐਲਕੋਹਲਿਕ ਹੋਵੇ ਉਹਨੂੰ ਬਿਲਕੁਲ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ, ਉਹ ਗਲਤ ਕਦਮ ਚੁੱਕ ਸਕਦਾ ਹੈ। ਇਹਦੇ ਉੱਤੇ ਮੈਨੂੰ ਫਿਕਰ ਹੈ, ਹੋਰ ਕੋਈ ਗੱਲ ਨਹੀਂ। ਪੀਂਦੇ ਤਾਂ ਕੈਪਟਨ ਸਾਹਿਬ ਵੀ ਸੀ। ਡਰੰਕ ਨਹੀਂ ਹੁੰਦੇ ਜੀ, ਸ਼ਰਾਬੀ ਹੋਣਾ ਤੇ ਪੀਣੇ ਦੇ ਵਿੱਚ ਫਰਕ ਤੋਂ ਵੱਧ ਪੀਂਦਾ ਜ਼ਿਆਦਾ ਰੁੜਕਦਾ ਫਿਰਦਾ ਹੈ। ਆ ਜਦ ਬੈਬਲ ਕਲਾਨ ਆਇਆ ਸੀਗਾ, ਇਹਨੂੰ ਸਟੇਜ ਤੋਂ ਲਾਇਆ ਕਿਉਂਕਿ ਰੁੜਕਦਾ ਫਿਰਦਾ ਸੀਗਾ ਤੇ ਬੇਅਦਬੀ ਕਰ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ। ਮੈਂ ਆਪ ਦੇਖਿਆ ਆਪਣੀ ਅੱਖਾਂ ਨਾਲ, ਲੋਕੀ ਡੰਡਿਆਂ ਦੇ ਨਾਲ ਇਹਦੇ ਪਿੱਛੇ ਭੱਜ ਰਹੇ ਸੀ। ਇਹੋ ਜਿਹਾ ਬੰਦਾ ਬਣਾਵਾਂਗੇ? ਇਹਦੀ ਵੋਟੀ ਛੱਡ ਗਈ ਕਿਉਂਕਿ ਪੀਂਦਾ ਹੈ, ਤਾਂ ਛੱਡ ਗਈ ਉਹ। ਇਹੀ ਦੁਨੀਆ ਕਹਿੰਦੀ ਹੈ ਕਿ ਉਹਨੇ ਕਿਹਾ ਸੀ ਮੈਂ ਸਹੁੰ ਖਾਂਦਾ ਮੈਂ ਛੱਡੂੰਗਾ, ਪਰ ਨਹੀਂ ਛੱਡੀ। ਪਰ ਆਪ ਦੇ ਹਮਾਇਤੀ ਕਹਿੰਦੇ ਫਿਰ ਕੀ ਹੋ ਗਿਆ, ਪੀਂਦਾ ਉਹ ਨਾ। ਜਿੱਦਾਂ ਮੈਂ ਕੈਪਟਨ ਸਾਹਿਬ ਦੀ ਗੱਲ ਕੀਤੀ, ਉਹ ਕਹਿੰਦੇ ਵੀ ਕਮ ਸੇ ਕਮ ਚਿੱਟਾ ਤਾਂ ਨਹੀਂ ਵਿਕਾਉਂਦਾ। ਬਾਕੀਆਂ ਉਹ ਕਹਿੰਦਾ ਅਕਾਲੀਆਂ ਦੇ ਰਾਜ 'ਚ ਵੀ ਸੀ, ਕਾਂਗਰਸ ਦੇ ਰਾਜ 'ਚ। ਜਦ ਤੁਸੀਂ ਮੁੱਖ ਮੰਤਰੀ ਹੋ ਤੁਹਾਨੂੰ ਬੜੇ ਫੈਸਲੇ ਲੈਣੇ ਪੈਂਦੇ ਆ। ਜੇ ਤੁਸੀਂ ਸ਼ਰਾਬ ਦੇ ਨਸ਼ੇ ਦੇ ਵਿੱਚ ਹੋਗੇ ਤੁਸੀਂ ਗਲਤ ਫੈਸਲਾ ਵੀ ਲੈ ਸਕਦੇ ਹੋ। ਇਹ ਰਿਸਕ ਨਹੀਂ ਅਸੀਂ ਲੈ ਸਕਦੇ। ਹਾਂ, ਹਲਕੇ ਦੀ ਆਪਾਂ ਗੱਲ ਕਰ ਲੈਂਦੇ ਆ। ਹਲਕੇ 'ਚ ਕਾਂਗਰਸ 'ਚ ਧੜੇਬਾਜ਼ੀ ਬਹੁਤ ਆ। ਵੈਸੇ ਤਾਂ ਤੁਹਾਨੂੰ ਪਤਾ ਹੁਣ ਤਾਂ ਤੱਕ ਹੀ ਸੁੱਖ ਨਾਲ ਪੌਣੇ 5 ਸਾਲ ਬਾਅਦ ਕੈਪਟਨ ਸਾਹਿਬ ਦੀ ਕੁਰਸੀ ਖਿੱਚ ਲਈ, ਤੇ ਇਸ ਹਲਕੇ 'ਚ ਵੀ ਹੈ ਜਿਹੜੇ ਤੁਹਾਡੇ ਨਾਲੋਂ ਨਾਰਾਜ਼ ਜਾਪ ਰਹੇ ਆ ਜਾਂ ਕੁਛ, ਤੇ ਹੁਣ ਛੱਡ ਕੇ ਹੀ ਅਕਾਲੀ ਦਲ ਬਾਦਲ 'ਚ ਚੱਲ ਗਿਆ। ਆਪਣੇ ਹਨੀ ਫੱਤਣ ਵਾਲਾ ਪਰਿਵਾਰ ਹੈਗਾ ਜਾਂ ਭਾਈ ਸਾਹਿਬ ਦਾ ਪਰਿਵਾਰ ਆ, ਉਹ ਵੀ ਸਤਿਕਾਰਤ ਪਰਿਵਾਰ ਆ ਪੁਰਾਣੇ ਪਰਿਵਾਰਾਂ 'ਚ, ਜਿੱਦਾਂ ਤੁਹਾਡਾ ਬਰਾੜ ਪਰਿਵਾਰ ਆ। ਉਹਦਾ ਤੁਹਾਨੂੰ ਨੁਕਸਾਨ ਹੋਊਗਾ? ਨਹੀਂ ਹੋਊਗਾ ਜੀ, ਕਿਉਂਕਿ ਇਹ ਕਦੀ ਵੀ ਸਾਨੂੰ ਵੋਟ ਨਹੀਂ ਪਾਉਂਦੇ ਸੀ। ਤੁਸੀਂ ਉਦਾਂ ਹੀ ਰੱਖਿਆ ਸੀ ਨਾਲ ਇਹਨਾਂ ਨੂੰ? ਇਹ ਤਾਂ ਘਰ ਵਾਪਸੀ ਗਏ, ਮੈਂ ਸ਼ੁਕਰ ਕੀਤਾ। ਮੈਂ ਤਾਂ ਕਿਹਾ ਸੀ ਲੱਡੂ ਵੰਡੋ ਕੇ ਗਏ। ਅੱਛਾ, ਤਾਂ ਜੇ ਵਿੱਚ ਰਹਿੰਦੇ ਸੀ ਤਾਂ ਤੁਹਾਡਾ ਫਾਇਦਾ ਨਹੀਂ, ਉਲਟਾ ਨੁਕਸਾਨ ਕਰਦੇ ਸੀ। ਨੁਕਸਾਨ ਕਰ ਐਮਪੀ ਇਲੈਕਸ਼ਨ 'ਚ ਵੀ ਤੁਹਾਡੇ ਨਾਲ ਰਹੇ ਆ, ਤੁਸੀਂ ਇਕੱਠੇ ਇੱਕੋ ਗੱਡੀਆਂ 'ਚ। ਐਮਪੀ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਆਪਣੀ ਇਲੈਕਸ਼ਨ ਨਹੀਂ ਨਾ ਸੀ, ਇਹਨਾਂ ਦੀ ਇੱਕੋ ਸੀ ਜੀ। ਸਾਰਿਆਂ ਦੀ ਮਕਸਦ ਜਿਹੜੇ ਆਪੋਜੀਸ਼ਨ ਦੇ ਵਿੱਚ ਵਾਪਸ ਗਏ ਨੇ ਕਿ ਇਹ ਜਿਹੜਾ ਬਰਾੜ ਪਰਿਵਾਰ ਹੈ ਇਹਨਾਂ ਨੂੰ ਲੋਕੀ ਪਸੰਦ ਕਰਦੇ ਨੇ। ਬਰਾੜ ਸਾਹਿਬ ਗਏ, ਸਾਡੇ ਵੱਡੀ ਬੀਬੀ ਜੀ ਗਏ, ਸਨੀ ਜੀ ਅਨਫੋਰਚੂਨੇਟਲੀ ਕੈਂਸਰ ਦੇ ਮਰੀਜ਼ ਹੋ ਕੇ ਗਏ। ਇਹ ਬੀਬੀ ਹੁਣੇ ਪੋਲੀ ਹੈ, ਇਹਨੂੰ ਅਸੀਂ ਕਿਸੇ ਤਰ੍ਹਾਂ ਕੱਢੀਏ, ਹਰਾਈਏ। ਮੈਨੂੰ ਪਿਛਲੀ ਵਾਰੀ ਕਾਂਗਰਸ ਨੇ ਹਰਾਇਆ, ਮੈਨੂੰ ਅਕਾਲੀਆਂ ਨੇ ਨਹੀਂ ਹਰਾਇਆ। ਇਹ ਗੱਲ ਲੋਕ ਵੀ ਕਹਿੰਦੇ ਆ। ਅੱਛਾ, ਤੁਹਾਨੂੰ ਇਹਨਾਂ ਨੇ ਹਰਾਇਆ, ਤੁਹਾਨੂੰ ਵੀ ਅੰਦਾਜ਼ਾ ਹੈਗਾ ਇਸ ਗੱਲ ਦਾ? ਬਿਲਕੁਲ। ਤੁਰੇ ਤਾਂ ਤੁਹਾਡੇ ਨਾਲ ਫਿਰਦੇ ਸੀ। ਉਹ ਜੀ ਕਿੱਥੇ ਤੁਰਦੇ ਸੀ ਨਾਲ? ਹਨੀ ਫੱਤਣ ਵਾਲੇ ਨੇ ਤਾਂ ਬਗਾਵਤ ਦਾ ਪਹਿਲੇ ਹੀ ਝੰਡਾ ਚੁੱਕ ਲਿਆ ਸੀ, ਉਹਨੂੰ ਫਿਰ ਜਨਰਲ ਸਕੱਤਰ ਬਣਾਇਆ ਸੀ ਹਰੀਸ਼ ਚੌਧਰੀ ਨੂੰ ਬੁਲਾ ਕੇ, ਐਡਾ ਵੱਡਾ ਇਕੱਠ ਕਰਕੇ ਮੇਰੇ ਬੰਦੇ ਵਿੱਚ ਬਿਠਾ ਕੇ ਕਿ ਜੀ ਅਸੀਂ ਤਾਂ। ਤੁਸੀਂ ਮੈਨੂੰ ਇੱਕ ਗੱਲ ਮੈਂ ਪੁੱਛਣੀ ਤੁਹਾਨੂੰ, ਜਿਹੜਾ ਬੰਦਾ ਦੂਜੀ ਪਾਰਟੀ ਤੋਂ ਆਵੇ, ਆਪਣੇ ਕਾਂਗਰਸੀ ਜਿਹੜੇ ਆ ਸਾਰੀ ਉਮਰ ਕਾਂਗਰਸ ਦੀ ਸੇਵਾ ਕਰ ਰਹੇ ਆ, ਉਹ ਸਾਡੇ ਉੱਤੇ ਉਹ ਦਾਅਵੇਦਾਰ ਕਿਵੇਂ ਬਣਨਗੇ? ਇਹ ਸੋਚਣ ਵਾਲੀ ਗੱਲ ਹੈ। ਸਾਰੀ ਉਮਰ 1957 ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਨੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਹੋ ਕੇ ਇਸ ਹਲਕੇ ਦੀ ਸੇਵਾ ਕੀਤੀ ਹੈ। ਹਨੀ ਫੱਤਣ ਵਾਲਾ ਪਹਿਲੇ ਸੀਗਾ ਅਕਾਲੀ, ਫਿਰ ਇਹ ਗਿਆ ਪੀਪੀਪੀ ਦੇ ਵਿੱਚ, ਫਿਰ ਆਇਆ ਕਾਂਗਰਸ ਦੇ ਵਿੱਚ, ਤੇ ਹੁਣ ਵਾਪਸ ਅਕਾਲੀ 'ਚ। ਇਹ ਤਾਂ ਟੂਰਿਸਟ ਹੈ ਜੀ, ਸਾਰੀ ਜਗ੍ਹਾ ਜਾਂਦਾ ਹੈ, ਦਾਅਵੇਦਾਰ ਹੈ। ਜੇ ਤੁਹਾਨੂੰ ਟਿਕਟ ਨਾ ਮਿਲਦੀ, ਹਨੀ ਨੂੰ ਟਿਕਟ ਮਿਲ ਜਾਂਦੀ, ਮੰਨ ਲਓ ਫਿਰ ਜੇ ਉਹ ਕਾਂਗਰਸ ਦੇ ਵਿੱਚ ਹੁੰਦਾ ਮੈਂ ਡਟ ਕੇ ਮਦਦ ਕਰਦੀ। ਚਲੋ ਬਸ। ਤਾਂ ਮਲੋਟ ਜਿੱਦਾਂ ਤੁਸੀਂ ਕਿਹਾ ਵੀ ਉਹ ਬਾਹਰਲੀ ਪਾਰਟੀ 'ਚੋਂ ਆਏ ਹੈਗੇ ਆ, ਤਾਂ ਜਿੱਧਰੋਂ ਆਏ ਸੀ ਉੱਧਰ ਚੱਲ ਗਏ। ਮਲੋਟ ਤੁਸੀਂ, ਤੁਹਾਡੀ ਪਾਰਟੀ ਨੇ ਰੂਬੀ ਬਰਾੜ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਆ, ਉਹ ਆਮ ਆਦਮੀ ਪਾਰਟੀ 'ਚੋਂ। ਇਹ ਤਾਂ ਫਿਰ ਤੁਹਾਡੇ 'ਚ ਵੀ ਗੱਲ ਚੱਲ ਦੇਖੋ ਰਹੀ ਜੀ, ਮੈਂ ਤਾਂ ਇੱਕੋ ਗੱਲ ਕਹਿੰਦੀ ਹਾਂ ਕਿ ਆਪਣੀ ਪਾਰਟੀ ਜਿਹੜੀ ਹੈ ਨਾ, ਨਹੀਂ ਇਹਦਾ ਤਾਂ ਬਾਂਗੜ ਵੀ ਲੈ ਗਿਆ ਉੱਥੇ ਆਪਣੇ। ਹਾਂਜੀ ਹਾਂਜੀ, ਇੱਥੇ ਇੱਕ ਮੈਂ ਜਿਹੜੀ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਇਹ ਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਲੋਕ ਭਰੋਸਾ ਨਹੀਂ ਰੱਖਦੇ। ਉਹ ਛੱਡ ਕੇ ਆ ਰਹੇ, ਨਵੀਂ ਪਾਰਟੀ ਹੈ, ਟਰਾਈ ਕਰ ਲਈ ਤੇ ਨਹੀਂ ਚੰਗੀ ਲੱਗੀ, ਆਗੇ ਬਾਹਰ। ਅਕਾਲੀ ਪਾਰਟੀ ਜਿਹੜੇ ਛੱਡ ਕੇ ਆਉਂਦੇ ਨੇ, ਇਹ ਤਾਂ ਉੱਥੇ ਅਹੁਦੇ ਲਏ ਨੇ ਇਹਨਾਂ ਨੇ। ਮਾਰਕੀਟ ਕਮੇਟੀ ਚੇਅਰਮੈਨ ਸੀਗੇ ਆਪਣੇ ਹਨੀ ਜੀ, ਭਾਈ ਸਾਹਿਬ ਸੀਗੇ MLA, ਉਹਨਾਂ ਦਾ ਬੇਟਾ ਸੀਗਾ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ, ਅਹੁਦੇਦਾਰ ਸੀ। ਤੁਸੀਂ ਮੈਨੂੰ ਦੱਸੋ ਕਿ ਇਹੋ ਜਿਹੇ ਬੰਦਿਆਂ ਨੂੰ ਆਪਣੀ ਪਾਰਟੀ 'ਚ ਨਹੀਂ ਰਹਿਣਾ ਚਾਹੀਦਾ? ਕਿਉਂ ਛੱਡੀ? ਅਰਵਿੰਦ ਕੇਜਰੀਵਾਲ ਟੱਬਰ ਟੀਰ ਸਮੇਤ ਪੰਜਾਬ ਆ ਗਏ, ਉਹਨਾਂ ਦੀ ਪਤਨੀ ਵੀ ਆ ਗਈ, ਉਹਨਾਂ ਦੀ ਧੀ ਰਾਣੀ ਵੀ ਆ ਗਈ ਆ, ਔਰ ਭਗਵੰਤ ਮਾਨ ਜੀ ਕਹਿ ਰਹੇ ਵੀ ਆਓ ਭਾਬੀ ਜੀ ਪ੍ਰਚਾਰ ਕਰੀਏ। ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਮੈਂ ਕਹਿੰਦੀ ਹਾਂ ਕੇਜਰੀਵਾਲ ਸਾਹਿਬ ਨਾਲ ਉਹਨਾਂ ਦੀ ਵਾਈਫ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਕਿਰਪਾ ਕਰਕੇ ਜਾ ਕੇ ਦਿੱਲੀ ਸਾਂਭੋ, ਉੱਥੇ ਬੁਰਾ ਹਾਲ ਹੈ। ਮੇਰੇ ਮਦਰ ਦੇ ਨਲਕੇ ਤੋਂ ਹੁਣ ਪੀਲਾ ਪਾਣੀ ਨਿਕਲਦਾ ਦਿੱਲੀ ਕੈਪੀਟਲ ਦੇ ਵਿੱਚ। ਇਹ ਕਦੇ ਨਹੀਂ ਸੀ। ਸ਼ੀਲਾ ਦੀਕਸ਼ਿਤ ਦਾਅਵੇ ਕੀਤੇ ਜਾ ਰਹੇ ਆ ਉਹ ਝੂਠੇ ਆ ਤੁਹਾਨੂੰ ਲੱਗਦਾ? ਜੇ ਦਿੱਲੀ ਦਾ ਬੜੀ ਮਾਡਲ ਬਣ ਗਿਆ, ਉਹ ਕਹਿੰਦੇ ਵੀ ਸਾਡੇ ਤਾਂ ਸਕੂਲ ਜਿਹੜੇ ਅਮਰੀਕਾ ਕੈਨੇਡਾ ਨੂੰ ਮਾਤ ਪਾਉਂਦੇ ਆ। ਤੇ ਜੇ ਇਹ ਗੱਲ ਸੀਗੀ, ਦਿੱਲੀ ਇੱਕ ਸਟੇਟ ਹੈ,
ਪੰਜਾਬ ਨੂੰ ਕਿਉਂ ਇਨਾਮ ਮਿਲਿਆ ਕਿ ਸਭ ਤੋਂ ਵਧੀਆ ਫੈਸਿਲਿਟੀ ਸਕੂਲ ਦੀ ਹੈ ਉਹ ਪੰਜਾਬ ਦੇ ਵਿੱਚ ਨੇ? ਇਹ ਸੋਚੋ। ਤਾਂ ਇੱਕ ਆਪਾਂ ਜਾਣਾ ਹੈ, ਮੈਨੂੰ ਪਤਾ ਤੁਸੀਂ ਵੀ ਥੋੜਾ ਕਾਲੀ ਹੋਣੇ, ਦੋ ਕੁ ਮੈਂ ਸਵਾਲ ਹੋਰ ਕਰਦਾ। ਕਹਿੰਦੇ ਵੀ ਮੁਕਤਸਰ ਨੂੰ ਪੈਸਾ ਤਾਂ ਬਹੁਤ ਆਇਆ, ਤੁਹਾਡੀ ਸਰਕਾਰ 'ਚ ਵੀ ਆਇਆ, ਪਹਿਲਾਂ ਵੀ ਆਇਆ, ਅਮਰਤ ਸਿਟੀ 'ਚ ਆਇਆ। ਉਹ ਕਹਿੰਦੇ ਵੀ ਇਹ ਪੈਸੇ 'ਚੋਂ ਕੁਝ ਹਿੱਸਾ ਜਿਹੜਾ ਬਹੁਤ ਆਇਆ ਸੀ, ਕਹਿੰਦੇ ਵੀ ਗਿੱਦੜਬਾਹਾ ਲੱਗ ਗਿਆ। ਇਹ 'ਚ ਕੋਈ ਸੱਚਾਈ ਹੈ? ਦੇਖੋ ਜੇ ਗਿੱਦੜਬਾਹਾ ਲੱਗ ਗਿਆ ਤੇ ਮੈਂ ਕਹਿੰਦੀ ਹਾਂ ਕਿ ਬੰਦੇ ਦੀ ਹਿੰਮਤ ਸੀ, ਉਹ ਲਗਾ ਗਿਆ। ਮਗਰ ਹੁਣ ਜੇ ਕੋਈ ਪੈਸਾ ਆਇਆ ਤੇ ਮੈਂ ਐਮਐਲਏ ਹੋਈ, ਪਾਈ ਦਾ ਹਿਸਾਬ ਦੇਣਾ ਪਊ। ਐ ਤਾਂ ਜਦ ਬਰਾੜ ਸਾਹਿਬ ਮੁੱਖ ਮੰਤਰੀ ਸੀ, ਜ਼ਿਲ੍ਹਾ ਬਣਾ ਗਏ ਸੀ, ਸਾਰਾ ਜੋ ਪੈਸਾ ਆਪਣੇ ਮੁਕਤਸਰ ਲਈ ਆਇਆ ਸੀ ਉਹ ਉਦੋਂ ਮਲੋਟ ਤੇ ਬਾਦਲ ਚਲਾ ਗਿਆ। ਉਦੋਂ ਭਾਈ ਸਾਹਿਬ ਨੂੰ ਉਹਦੀ ਹਿਫਾਜ਼ਤ ਕਿਉਂ ਨਹੀਂ ਕੀਤੀ? ਉਹ ਐਮਐਲਏ ਸੀਗੇ ਇੱਥੇ ਦੇ, ਬਰਾੜ ਸਾਹਿਬ ਉਦੋਂ ਬਿਮਾਰ ਹੋ ਗਏ ਸੀ ਤੇ ਐਮਐਲਏ ਬਣੇ ਸੀਗੇ ਭਾਈ ਸਾਹਿਬ। ਉਹਨਾਂ ਦਾ ਬਣਦਾ ਸੀ ਫਰਜ਼ ਕਿ ਉਹ ਜਿਹੜਾ ਪੈਸਾ ਆਪਣਾ ਇੱਥੇ ਸੀਗਾ ਬਰਾੜ ਸਾਹਿਬ ਲੈ ਕੇ ਆਏ ਮੁਕਤਸਰ ਦੀ ਡਿਵੈਲਪਮੈਂਟ ਲਈ, ਉਹ ਮੁਕਤਸਰ ਉਹਨੂੰ ਰੱਖਣਾ ਚਾਹੀਦਾ ਸੀ ਤੇ ਇੱਥੇ ਲੱਗਣਾ ਚਾਹੀਦਾ ਸੀ। ਬੀਜੇਪੀ ਇਸ ਵਾਰ ਪਹਿਲੀ ਵਾਰ ਵੱਖਰੀ ਇਲੈਕਸ਼ਨ ਲੜ ਰਹੀ ਹੈ ਅਕਾਲੀ ਦਲ ਨਾਲੋਂ, ਤਾਂ ਸ਼ਹਿਰ ਦੇ ਵਿੱਚ ਉਹ ਕਹਿੰਦੇ ਵੀ ਸਾਡਾ ਬਹੁਤ ਪ੍ਰਭਾਵ ਹੈ, ਸਾਡੀ 40-45 ਹਜ਼ਾਰ ਜਿਹੜੀ ਹਿੰਦੂ ਵੋਟ ਜਿੱਦਾਂ ਹੁੰਦੀ ਜਿਹੜੀ ਸ਼ਹਿਰ ਦੀ, ਉਹ ਕਹਿੰਦੇ ਸਾਡੇ ਨਾਲ ਆ। ਤੁਹਾਨੂੰ ਜਾਪਦਾ ਵੀ ਇਸ ਤਰ੍ਹਾਂ? ਨਹੀਂ ਜੀ, ਮੈਂ ਜਗ੍ਹਾ ਜਗ੍ਹਾ ਜਾ ਰਹੀ ਹਾਂ, ਮੇਰੇ ਨਾਲ ਵੀ ਬਥੇਰੇ ਨੇ ਕਾਂਗਰਸ ਪਰਿਵਾਰ ਇੱਥੇ ਬਥੇਰੇ ਨੇ ਜਿਹੜੇ ਟਕਸਾਲੀ ਕਾਂਗਰਸੀ ਹੈ। ਬੀਜੇਪੀ ਦੀ ਹੁਣ ਜਿਹੜੀ ਹੈਗੀ ਉਹ ਹੈ ਥੋੜੀ ਬਹੁਤੀ। ਪਟੇਲਾ ਸਾਹਿਬ ਇੱਥੇ ਰਹਿੰਦੇ ਨੇ ਮਗਰ ਇਹਨਾਂ ਦੀ ਸਰਕਾਰ ਨਹੀਂ ਬਣਦੀ। ਮੋਦੀ ਸਾਹਿਬ ਆਉਣਗੇ ਪ੍ਰਚਾਰ ਤੇ ਪੰਜਾਬ 'ਚ ਫਰਕ ਪਊਗਾ ਉਹਦਾ ਅਸਰ? ਉਹ ਮੋਦੀ ਸਾਹਿਬ ਇੱਕ ਵਾਰੀ ਤਾਂ ਆ ਕੇ ਚਲੇ ਗਏ ਜੀ, 700 ਕੁਰਸੀਆਂ ਭਰੀਆਂ ਸੀ, 70,000 ਚੋਂ ਵੱਧ ਭਰਨੀਆਂ। ਮੇਰਾ ਨਹੀਂ ਖਿਆਲ, ਇਹ ਤਾਂ ਗੱਲਾਂ ਹੀ। ਇਹ ਸਨ ਕਰਨ ਕੌਰ ਬਰਾੜ ਮੁਕਤਸਰ ਸਾਹਿਬ ਤੋਂ, ਕਾਂਗਰਸ ਦੇ ਜਿਹੜੇ ਉਮੀਦਵਾਰ ਆ। ਚੋਣਾਂ ਲੱਗ ਗਏ ਆ, ਸਮਾਂ ਦੱਸੇਗਾ ਵੀ ਕਿਹੜੀ ਪਾਰਟੀ ਨੂੰ ਲੋਕ ਜਿਹੜਾ ਹੋਗਾ ਉਹ ਜਿੱਤ ਦਾ ਫਤਵਾ ਦਿੰਦੇ ਆ। ਪਰ ਸਵਾਲ ਸਾਡੇ ਕੁਝ ਹੋਰ ਵੀ ਸੀ, ਫਿਰ ਮਿਲਾਂਗੇ ਪਰਸੋਂ ਚੌਥੇ। ਇਹਨਾਂ ਨੂੰ ਗੋਨਿਆਣਾ ਪਿੰਡ ਦੇ ਵਿੱਚ ਵੀ ਲੋਕਾਂ ਨੇ ਇਹਨਾਂ ਦੀ ਪਾਰਟੀ ਦੇ ਜਿਹੜਾ ਉਹ ਵਰਕਰਾਂ ਨੇ ਕਿਹਾ ਵੀ ਬੀਬੀ ਜੀ ਦੇਖੋ ਚਿੱਕੜ ਬਹੁਤ ਹੈ, ਇਸ ਤਰ੍ਹਾਂ ਦੀਆਂ ਗੱਲਾਂ ਲੋਕ ਸਵਾਲ ਕਰਦੇ ਆ। ਤਾਂ ਲਗਾਤਾਰ ਇਸ ਇਲਾਕੇ ਦੇ ਵਿੱਚ 13 ਦੇ ਵਿੱਚੋਂ 7 ਵਾਰ ਅਕਾਲੀ ਦਲ ਰਿਹਾ, 6 ਵਾਰ ਜਿਹੜਾ ਹੈਗਾ ਉਹ ਕਾਂਗਰਸ ਰਹੀ ਆ। ਤਾਂ ਮੁਕਤਸਰ ਜਿਹੜਾ ਹਲਕਾ ਇਹ ਜਿਉਂਦਾ ਤਿਉਂ ਕਹਿੰਦੇ ਵੀ ਰੂੜੀ ਦੀ 12 ਸਾਲਾਂ ਬਾਅਦ ਸੁਣੀ ਜਾਂਦੀ ਆ, ਪਰ ਮੁਕਤਸਰ ਦੀ ਨਹੀਂ ਸੁਣੀਗੀ। 14 ਸਾਲ ਪਹਿਲਾਂ ਰੇਲਵੇ ਬ੍ਰਿਜ ਦਾ ਉਦਘਾਟਨ ਨੀਂਹ ਪੱਥਰ ਰੱਖਿਆ ਗਿਆ ਸੀਗਾ। ਰੇਲਵੇ ਬ੍ਰਿਜ ਜਿਹੜਾ ਹੈਗਾ ਅਜੇ ਉਸ ਤਰ੍ਹਾਂ ਲਟਕਦਾ ਫਿਰਦਾ ਹੈ। ਮਾਲਵਾ ਕੈਂਸਰ ਬੈਲਟ ਹੈ, ਮੁਕਤਸਰ ਦੇ ਵੀ ਹਰ ਮਹੱਲੇ ਦੇ ਵਿੱਚ ਕੈਂਸਰ ਦਾ ਮਰੀਜ਼ ਹੈ। ਕੀ ਕੁਛ ਕੀਤਾ ਗਿਆ, ਕੀ ਨਹੀਂ ਕੀਤਾ ਗਿਆ। ਮੁਕਤਸਰ ਦੇ ਵਿੱਚ ਵੀ ਜਿਹੜਾ ਇੱਕ ਬਹੁਤ ਆਲੀਸ਼ਾਨ ਹਸਪਤਾਲ ਬਣਿਆ ਹੋਇਆ, ਪਰ ਵਿੱਚ ਡਾਕਟਰ ਹੈ ਨਹੀਂ। ਔਰ ਇਹ ਗੱਲ ਮਸ਼ਹੂਰ ਹੈ, ਅੰਦਰ ਜਾਓ ਡਾਕਟਰ ਨਹੀਂ ਹੁੰਦਾ, ਬਾਹਰ ਆਓ ਤੇ ਮੋਟਰਸਾਈਕਲ ਨਹੀਂ ਹੁੰਦਾ। ਭਾਵ ਚੋਰੀਆਂ ਬਹੁਤ ਹੁੰਦੀਆਂ ਮੁਕਤਸਰ ਦੇ ਵਿੱਚ। ਤਾਂ ਉਹਦਾ ਕਰਤਾ ਧਰਤਾ ਕੌਣ ਹੈ? ਜੇ ਬਰਗਾੜੀ ਬੇਅਦਬੀ ਦੀ ਗੱਲ ਆ, ਉਹ ਵੀ ਮੁਕਤਸਰ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਆ। ਤਾਂ ਆਉਣ ਵਾਲਾ ਸਮਾਂ ਦੱਸੇਗਾ। ਮੁਕਤਸਰ ਹਲਕੇ ਦੇ ਵਿੱਚ ਬੀਬੀ ਕਰਨ ਕੌਰ ਬਰਾੜ ਜਿਨ੍ਹਾਂ ਤੇ ਇਹ ਜਿਹੜੀ ਆਮ ਗੱਲ ਕਹੀ ਜਾਂਦੀ ਆ ਵੀ ਲੋਕਾਂ 'ਚ ਵਿਚਰਦੇ ਘੱਟ ਆ, 5 ਸਾਲਾਂ ਬਾਅਦ ਆਉਂਦੇ ਆ, ਇੱਕ ਵਾਰ ਜਿੱਤ ਜਾਣ ਤੇ ਤਾਂ ਵੀ ਨਹੀਂ ਆਉਂਦੇ, ਹਾਰ ਕੇ ਤੇ ਆਉਣਾ ਹੀ ਕਾਹਦਾ। ਤੇ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਜਿਹੜੀ ਲੋਕ ਜਦੋਂ ਇਹ ਚੋਣ ਜਲਸੇ ਕਰਦੇ, ਜਿੱਦਾਂ ਹੁਣ ਇਹ ਮਹੱਲੇ ਦੇ ਵਿੱਚ ਆਏ ਕਾਫੀ ਲੋਕ ਇਕੱਠੇ ਹੋਏ ਆ, ਤਾਂ ਇਹ ਲੋਕ ਵੋਟਾਂ ਵੀ ਦਿੰਦੇ ਜਾਂ ਨਹੀਂ ਦਿੰਦੇ, ਕਿੰਦੇ ਹੱਥ ਹੋਏਗੀ ਮੁਕਤਸਰ ਦੇ ਹਲਕੇ ਦੀ ਜਿਹੜੀ ਹੈਗੀ ਆ ਫਤਿਹ ਦੀ ਝੰਡੀ। ਆਉਣ ਵਾਲਾ ਸਮਾਂ ਦੱਸੇਗਾ। ਦੇਖਦੇ ਰਹੋ KTV UK। ਧੰਨਵਾਦ।